ਟਿਕਾ ਬਣਾ ਕੇ ਆਪਣੇ ਘਰਾਂ ਵਿੱਚ ਟੀਵੀ ਤੇ ਲਾ ਕੇ, ਫੋਨ ਤੇ ਲਾ ਕੇ, YouTube ਤੇ, ਫੇਸਬੁੱਕ ਤੇ, ਕਿਸੇ ਵੀ ਮਾਧਿਅਮ ਰਾਹੀਂ, ਕੋਈ ਟੈਲੀਗ੍ਰਾਮ ਤੇ, WhatsApp ਤੇ ਗੱਲ ਪਹੁੰਚਦੀ ਹੈ। ਉਹਨੂੰ ਆਪਣੇ ਹਿਰਦੇ ਵਿੱਚ ਵਸਾਈਦਾ, ਆਪਣੇ ਜੀਵਨ ਨੂੰ ਸੋਹਣਾ ਬਣਾਈਦਾ। ਸਾਬਣ ਮਿਲ ਜਾਂਦਾ ਹੈ, ਹੱਥ ਹਿਲਾਉਣਾ ਆਪ ਪੈਂਦਾ, ਚੱਕਣਾ ਆਪ ਪੈਂਦਾ, ਸਰੀਰ ਤੇ ਲਾਣਾ ਵੀ ਆਪ ਹੀ ਪੈਂਦਾ ਹੈ। ਸਾਬਣ ਮਿਲ ਸਕਦਾ ਹੈ ਪਰ ਲਾਉਣਾ ਆਪ ਪੈਂਦਾ ਹੈ। ਗੁਰਬਾਣੀ ਦਾ ਗਿਆਨ ਹੈ ਜਿਹੜਾ ਉਹ ਧੁੱਪ ਹੈ, ਨਾਵੈ ਕੈ ਰੰਗ। ਗਿਆਨ ਨਾਲ ਸਾਫ਼ ਹੁੰਦਾ ਹੈ ਮਨ, ਮਤ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ। ਭਰੀਏ ਹੱਥ ਪੈਰ ਤਨ ਦੇ ਉਹ ਧੋਪੈ, ਪਾਣੀ ਧੋਤੈ ਉਤਰ ਸਿਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ। ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਹੱਥ ਪੈਰ ਮੈਲੇ ਹੋ ਜਾਣ, ਪਾਣੀ ਨਾਲ ਧੋ ਲਈਦੇ ਐ। ਕੱਪੜਾ ਮੈਲਾ ਹੋ ਜਾਏ, ਸਾਬਣ ਨਾਲ ਧੋ ਲਈਦਾ ਹੈ। ਆਪਣੇ ਵਿਚਾਰਾਂ ਨੂੰ ਸਾਫ਼ ਕਰਨ ਵਾਸਤੇ ਗਿਆਨ ਨਾਲ ਸਾਫ਼ ਹੁੰਦੇ ਨੇ। ਵਿਚਾਰਾਂ ਦੀ ਸਫਾਈ ਵਿਚਾਰਾਂ ਨਾਲ ਹੁੰਦੀ ਹੈ। ਜਿੱਦਾਂ ਕਹਿ ਲਓ ਮਨ ਹੈ ਜਿਹੜਾ, ਇਹ ਵਿਚਾਰ ਨੇ, ਇੱਕ ਥੌਟ ਨੇ। ਵਿਚਾਰਾਂ ਨੂੰ ਸਾਫ਼ ਕਰਨ ਲਈ ਨਵੇਂ ਵਿਚਾਰ ਸਮਝਣੇ ਪੈਂਦੇ ਆ, ਸੁਣਨੇ ਪੈਂਦੇ ਆ। ਫਿਰ ਪੁਰਾਣੇ ਵਿਚਾਰਾਂ ਦੀ ਜਿਹੜੀ ਮੈਲ ਹੈ ਉਹ ਲੈ ਜਾਂਦੀ ਹੈ। ਪੁਰਾਣੇ ਵਿਚਾਰ ਡਿਲੀਟ ਹੋ ਜਾਂਦੇ ਆ, ਨਵੀਨਤਾ ਆ ਜਾਂਦੀ ਹੈ। ਕਿਸੇ ਬੰਦੇ ਵਿੱਚ ਨਵੇਂ ਵਿਚਾਰ ਆ ਜਾਣੇ, ਉਹਦਾ ਨਵਾਂ ਬਣ ਜਾਣਾ ਹੁੰਦਾ ਹੈ, ਨਵੀਨਤਾ ਹੁੰਦੀ ਹੈ। ਉਹਦਾ ਅਪਡੇਟ ਹੋਣਾ ਹੈ, ਉਹਦਾ ਅਪਗ੍ਰੇਡ ਹੋਣਾ ਹੈ। ਪੁਰਾਣੇ ਵਿਚਾਰਾਂ ਨੂੰ ਡਿਲੀਟ ਕਰ ਦੇਵੇ, ਖਤਮ ਕਰ ਦੇਵੇ ਤੇ ਨਵੇਂ ਵਿਚਾਰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲਵੇ, ਨਵੀਨਤਾ ਲੈ ਕੇ ਆਵੇ। ਪੁਰਾਣੀਆਂ ਹੈਬਿਟਸ ਜਿਹੜੀਆਂ ਹਨ, ਪੁਰਾਣੀਆਂ ਆਦਤਾਂ ਜਿਹੜੀਆਂ ਹਨ, ਉਹਨਾਂ ਨੂੰ ਤਿਆਗ ਦੇਵੇ, ਉਹਨਾਂ ਨੂੰ ਛੱਡ ਦੇਵੇ। ਬਸ ਇਹੀ ਨਵਾਂ ਹੋਣਾ, ਨਿਤ ਨਵੇਂ ਹੋਣਾ, ਰੱਬ ਵਰਗੇ ਹੋਣਾ, ਇਹੋ ਹੀ ਹੁੰਦਾ ਹੈ। ਕੁਦਰਤ ਨਿਤ ਨਵੀਂ ਹੈ ਤੇ ਨਵੇਂ ਨਵੇਂ ਵਿਚਾਰ ਸਾਡੀ ਜ਼ਿੰਦਗੀ 'ਚ ਆਉਣੇ ਚਾਹੀਦੇ ਹੈ। ਔਰ ਨਵੀਨਤਾ ਦੇ ਵਿੱਚ ਹੀ ਰਸ ਹੁੰਦਾ ਹੈ, ਖੁਸ਼ੀ ਹੁੰਦੀ ਹੈ, ਖੇੜਾ ਹੁੰਦਾ ਹੈ। ਨਵੇਂ ਵਿਚਾਰਾਂ ਵਿੱਚ ਹੀ ਜ਼ਿੰਦਗੀ ਹੈ। ਨਵੇਂ ਵਿਚਾਰਾਂ ਦਾ ਰੁਕ ਜਾਣਾ, ਜਿਹੜਾ ਬੰਦਾ ਕਿਸੇ ਇੱਕ ਪੁਰਾਣੇ ਵਿਚਾਰ ਨੂੰ ਲੈ ਕੇ ਜ਼ਿੰਦਗੀ ਜੀ ਰਿਹਾ, ਉਹੀ ਇੱਕ ਹੀ ਉਹਦੇ ਅੰਦਰ ਚੱਲੀ ਜਾਂਦਾ। ਉਹਨੂੰ ਆਪਣੀ ਨਬਜ਼ ਚੈੱਕ ਕਰਾਉਣੀ ਚਾਹੀਦੀ ਹੈ ਵੀ ਕਿਤੇ ਮਰ ਤੇ ਨਹੀਂ ਗਿਆ, ਕਿਉਂਕਿ ਵਿਚਾਰ ਮਰ ਗਏ ਤੇ ਮਰ ਗਿਆ, ਪੁਰਾਣੇ ਵਿਚਾਰ ਹੀ ਚੱਕੀ ਫਿਰਦਾ ਹੈ। ਇਹ ਤੇ ਨਵੇਂ ਨੇ ਔਰ ਕੁਦਰਤੀ ਆਉਣੇ ਚਾਹੀਦੇ ਆ, ਆਟੋਮੈਟਿਕ ਆਉਣੇ ਚਾਹੀਦੇ ਆ। ਆਉਂਦੇ ਆ, ਅਸੀਂ ਰੋਕ ਲੈਂਦੇ ਆ। ਕੁਛ ਵਿਚਾਰ ਇੰਨੇ ਹਾਵੀ ਕਰ ਲੈਂਦੇ ਆ, ਉਹ ਐਸਾ ਵਿੱਚ ਪ੍ਰੋਬਲਮ ਕ੍ਰੀਏਟ ਹੁੰਦੀ ਹੈ, ਡੱਕਾ ਬਣ ਜਾਂਦੇ ਆ, ਨੱਕਾ ਲੱਗ ਜਾਂਦਾ ਹੈ ਅੱਗੇ, ਫਿਰ ਉਹ ਨਵੇਂ ਵਿਚਾਰ ਆਉਣੋਂ ਹੀ ਰੁਕ ਜਾਂਦੇ ਆ। ਸੋ ਨਵੀਨਤਾ ਜਿਹੜੀ ਹੈ ਇਹ ਬੜੀ ਲਾਜ਼ਮੀ ਹੈ। ਨਵੇਂ ਵਿਚਾਰ ਸਾਡੀ ਜ਼ਿੰਦਗੀ ਵਿੱਚ ਆਵਣ, ਇਹਦੇ ਲਈ ਕੋਸ਼ਿਸ਼ ਕਰੀਏ। ਜਿੰਨੇ ਕੁ ਬੈਠੇ ਹੋ ਟਿਕਾ ਬਣਾ ਕੇ ਰੱਖਿਓ। ਬਾਕੀ ਜਿਹੜੀ ਸੰਗਤ ਘਰਾਂ 'ਚ ਸੁਣਨ ਵਾਲੇ ਐ, ਉਹ ਵੀ ਸਾਰੇ ਹਾਜ਼ਰ ਹੋ ਕੇ ਟਿਕ ਕੇ ਬੈਠ ਕੇ ਸੁਣਨਾ। ਸੁਣੀਏ, ਪੜ੍ਹੀਏ, ਫਿਰ ਸਮਝੀਏ, ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ। ਜ਼ਿੰਦਗੀ ਫੇਰ ਹੀ ਵਧੀਆ ਬਣਦੀ ਹੈ, ਸੋਹਣੀ ਬਣਦੀ ਹੈ। ਮੈਂ 2 ਵਾਰ ਗੱਲ ਕਰ ਚੁੱਕਿਆ ਪਹਿਲਾਂ। ਹਮੇਸ਼ਾ ਇਹ ਚੈੱਕ ਨਾ ਕਰੀਏ ਵੀ ਕਿਹੜਾ ਕੀ ਕਹਿੰਦਾ, ਕਿਹੜਾ ਕੀ ਕਹਿੰਦਾ। ਚੈੱਕ ਕਰਿਆ ਕਰੀਏ ਵੀ ਮੈਂ ਹੁੰਗਾਰਾ ਕਿਹੜੀ ਕਿਹੜੀ ਗੱਲ ਨੂੰ ਦਿੱਤਾ। ਤੁਸੀਂ ਨੋਟ ਕਰਨਾ, ਅੱਜ 5 ਟੌਪਿਕ ਵਿਚਾਰੇ ਗਏ ਕਿਸੇ ਦੀਵਾਨ ਵਿੱਚ। ਅੱਜ 6 ਵਿਸ਼ਿਆਂ ਤੇ ਗੱਲ ਕੀਤੀ, 7 ਤੇ ਕੀਤੀ, 2 ਤੇ ਕੀਤੀ, 1 ਤੇ ਕੀਤੀ,
ਨੋਟ ਇਹ ਕਰਿਆ ਕਰੋ ਵੀ ਮੈਂ ਕਿਹੜੀ ਗੱਲ ਨੂੰ ਆਪਣੇ ਅੰਦਰੋਂ ਹੁੰਗਾਰਾ ਦਿੱਤਾ, ਹੁੰਗਾਰਾ ਮੈਂ ਕਿਹੜੀ ਕਿਹੜੀ ਗੱਲ ਨੂੰ ਦਿੱਤਾ। ਅਸੀਂ ਜਿੰਨਾ ਜ਼ੋਰ ਲਾਉਂਦੇ ਆ ਵੀ ਗਿਆਨ ਕੀ ਹੈ, ਆਪਣੇ ਹੁੰਗਾਰੇ ਵੇਖੀਏ। ਸਾਡੀ ਜ਼ਿੰਦਗੀ ਵਿੱਚ ਤਦ ਹੀ ਚੇਂਜ ਆਉਣੀ ਹੈ ਜੇ ਅਸੀਂ ਸਮਝ ਕੇ ਆਪਣੇ ਜੀਵਨ ਵਿੱਚ ਬਦਲਾਵ ਲਿਆਈਏ। ਬਹੁਤ ਵਾਰ ਗੱਲ ਕਰ ਚੁੱਕੇ ਆ, ਬੀਜ ਨਾ ਵਿਖਾਓ, ਬੀਜ ਬੀਜ ਕੇ ਵਿਖਾਓ, ਫਸਲ ਬਣਾ ਕੇ ਵਿਖਾਓ। ਤੈਨੂੰ 10 ਬੀਜ ਦਿੱਤੇ ਸੀ, ਦਸੇ ਦੇ ਦਸੇ ਚੱਕੀ ਫਿਰਦਾ ਹੈ। ਇਹ ਦਸੇ ਕਿਤੇ ਧਰਤੀ 'ਚ ਲਾ ਦਿੰਦਾ ਤੇ ਇਹਦੇ ਤੋਂ ਹਜ਼ਾਰਾਂ ਬੀਜ ਬਣ ਜਾਂਦੇ, ਤੂੰ ਢੇਰ ਲੱਗੇ ਵਿਖਾਉਂਦਾ। ਤੈਨੂੰ ਕੱਦੂਆਂ ਦਾ ਇੱਕ ਬੀਜ ਦਿੱਤਾ ਸੀ, ਉਹ ਵੇਲ ਕਿਤੇ ਬੀਜ ਦਿੰਦਾ, ਇੱਕੋ ਹੀ ਚੱਕੀ ਫਿਰਦਾ। ਤੂੰ ਵੇਲ ਬੀਜਦਾ ਤੇ ਢੇਰ ਲੱਗਦਾ, ਖਾਂਦਾ ਵੀ ਤੇ ਅਗਲੇ ਸਾਲ ਨੂੰ ਜਿੰਨਾ ਮਰਜ਼ੀ ਬੀਜ ਇਕੱਠਾ ਕਰ ਲੈਂਦਾ। ਇੱਕ ਕੱਦੂਆਂ ਦੀ ਵੇਲ ਤੋਂ ਕਿੰਨੇ ਕੱਦੂ ਲੱਗਦੇ, ਸਾਰਾ ਟੱਬਰ ਖਾ ਲੈਂਦਾ, ਤੇ ਤੂੰ ਇੱਕ ਹੀ ਚੱਕੀ ਫਿਰਦਾ। ਤੇ ਕਈਆਂ ਦਾ ਬੀਜ ਜਦੋਂ ਬੀਜਿਆ ਨਹੀਂ ਜਾਂਦਾ ਗਲ ਜਾਂਦਾ ਹੈ। ਬੀਜ ਦਾ ਮਾਣ ਨਹੀਂ ਕਰੀਦਾ, ਤੇ ਜੇ ਬੀਜ ਬੀਜਿਆ ਨਾ ਜਾਏ ਤੇ ਬੀਜ ਵੀ ਗਲ ਜਾਂਦਾ ਹੈ। ਤੇ ਕਈਆਂ ਦਾ ਗਿਆਨ ਗਲ ਗਿਆ, ਕਈਆਂ ਦੇ ਅੰਦਰ ਜਦੋਂ ਬੀਜਿਆ ਨਹੀਂ ਗਿਆ ਉਹ ਗਿਆਨ ਗਲ ਗਿਆ। ਗਿਆਨ ਖੁਸ਼ਬੂ ਦਿੰਦਾ ਹੈ, ਪਰ ਜਦੋਂ ਬੀਜਿਆ ਨਾ ਜਾਵੇ ਕਈ ਫਿਰ ਗੱਲਾਂ ਹੀ ਕਰੀ ਜਾਣ, ਗੱਲਾਂ ਹੀ ਕਰੀ ਜਾਣ, ਕਰਨ ਕੱਖ ਵੀ ਨਾ, ਫਿਰ ਉਹਨਾਂ ਚੋਂ ਗਿਆਨ ਦੀ ਬਦਬੂ ਆਉਂਦੀ ਹੈ। ਗਿਆਨ ਵੀ ਬਦਬੂ ਮਾਰਨ ਲੱਗ ਜਾਂਦਾ ਕਈਆਂ ਚੋਂ, ਜਦੋਂ ਪ੍ਰੈਕਟੀਕਲ ਨਹੀਂ ਹੁੰਦਾ। ਗਿਆਨ ਤੇ ਚੰਗੀ ਚੀਜ਼ ਹੈ ਨਾ, ਗਿਆਨ ਤੇ ਵਧੀਆ ਚੀਜ਼ ਹੈ, ਪਰ ਉਹਨਾਂ ਦੇ ਅੰਦਰ ਪਿਆ ਗਿਆਨ ਜਦੋਂ ਜ਼ਿੰਦਗੀ 'ਚ ਲਾਗੂ ਨਹੀਂ ਹੁੰਦਾ, ਆ ਕੇ ਗਲ ਪੈ ਜਾਣਗੇ। ਆਹ ਨਹੀਂ ਵਧੀਆ, ਐ ਨਹੀਂ ਕਰਦੇ, ਐ ਨਹੀਂ ਕਰਦਾ। ਅਗਲਾ ਕਹਿੰਦਾ ਚੁੱਪ ਕਰ, ਤੂੰ ਕਿੰਨਾ ਕੁ ਕੀਤਾ, ਤੂੰ ਗੱਲਾਂ ਹੀ ਮਾਰੀ ਜਾਂਦਾ, ਸਾਨੂੰ ਤੇ ਦੱਸੀ ਜਾਂਦਾ, ਤੂੰ ਆਪ ਤੇ ਕਰਦਾ ਕੱਖ ਨਹੀਂ। ਉਸ ਬੰਦਿਆਂ 'ਚੋਂ ਗਿਆਨ ਦੀ ਬਦਬੂ ਆਉਂਦੀ ਹੈ। ਗੱਲਾਂ ਕਰੀ ਜਾਂਦੇ ਆ, ਪ੍ਰੈਕਟੀਕਲਟੀ ਕੱਖ ਵੀ ਨਹੀਂ ਹੁੰਦੀ। ਫਿਰ ਖਿੱਚ ਚੜਨ ਲੱਗ ਜਾਂਦੀ ਉਹਨਾਂ ਬੰਦਿਆਂ ਤੇ ਵੀ ਤੂੰ ਆਪਦਾ ਗਿਆਨ ਆਪਦੇ ਕੋਲ ਰੱਖ, ਬੋਲੀ ਨਾ, ਚੁੱਪ ਕਰ। ਤੇਰਾ ਤੇ ਸਗੋਂ ਖਿੱਚ ਚੜਦੀ ਹੈ ਸਾਨੂੰ। ਤੇ ਜਦੋਂ ਤੁਸੀਂ ਲਾਗੂ ਕਰਦੇ ਆ ਆਪਣੀ ਜ਼ਿੰਦਗੀ ਵਿੱਚ, ਫਿਰ ਗਿਆਨ ਤੁਹਾਨੂੰ ਦੱਸਣਾ ਨਹੀਂ ਪੈਂਦਾ, ਆਪੇ ਹੀ ਉਹ ਮਹਿਕ ਆਉਂਦੀ ਹੈ। ਤੇ ਜਿਨ੍ਹਾਂ ਦੇ ਅੰਦਰ ਪਿਆ ਤਰਕ ਗਿਆ, ਉਹਨਾਂ ਦੇ ਅੰਦਰੋਂ ਬਦਬੂ ਆ ਰਹੀ ਹੈ। ਈਗੋ ਬਣ ਗਿਆ, ਹੰਕਾਰ ਬਣ ਗਿਆ, ਐਵੇਂ ਹੀ ਹੰਕਾਰ ਕਰਦਾ ਰਿਹਾ। ਤਾਂ ਕਰਕੇ ਬੀਜ ਤੂੰ 10 ਕੁਆਂਟਲ ਚੱਕੀ ਫਿਰਦਾ ਹੈ ਕਿ ਤੂੰ ਕੁਆਂਟਲ ਚੱਕੀ ਫਿਰਦਾ ਹੈ ਕਿ ਇੱਕ ਹੀ ਹੈ। ਮਸਲਾ ਇਹ ਹੈ ਤੂੰ ਬੀਜਿਆ ਕਿੰਨਾ ਸੀ। ਸੋਹਣੀਆਂ ਗੱਲਾਂ ਜਿੱਤੋਂ ਮਰਜ਼ੀ ਕਰਾ ਲਓ, ਗਿਆਨ ਤੇ ਸਾਰਿਆਂ ਸ਼ਰਾਬੀਆਂ ਨੂੰ ਹੈਗਾ ਵੀ ਸ਼ਰਾਬ ਸਿਹਤ ਲਈ। ਕਿਉਂ ਬਈ ਬੋਲੋ, ਸ਼ਰਾਬ ਸਿਹਤ ਲਈ ਹਾਨੀਕਾਰਕ ਹੈ। ਤੈਨੂੰ ਬੜਾ ਪਤਾ ਹੈ, ਨਿੱਕਾ ਜਿਹਾ ਬੱਚਾ ਕਹਿੰਦਾ ਹਾਨੀਕਾਰਕ, ਤੈਨੂੰ ਪਤਾ ਹੈ ਬਈ, ਛੋਟਾ ਜਿਹਾ ਨਾਲੇ, ਠੀਕ ਹੈ ਨਾ। ਇਹਨੇ ਸੁਣਿਆ ਹੋਣਾ ਪਹਿਲਾਂ ਕਿਤੇ, ਨਹੀਂ ਤੇ ਇਹਨੂੰ ਵਿਚਾਰੇ ਨੂੰ ਕੀ ਪਤਾ, ਤਾਂ ਬਾਹਲਾ ਹੀ ਛੋਟਾ ਹੈ। ਉੱਚੀ ਸਾਰੀ ਕਹਿੰਦਾ ਹਾਨੀਕਾਰਕ ਹੈ। ਸੁਣੋ ਬਈ, ਇਹ ਗਿਆਨ ਸਾਰੇ ਸ਼ਰਾਬੀਆਂ ਨੂੰ ਹੈਗਾ ਕਿ ਨਹੀਂ ਹੈਗਾ? ਬੋਲੋ। ਫਿਰ ਤੇ ਜਦੋਂ ਕਹਿੰਦੇ ਨੇ ਸ਼ਰਾਬ ਬਾਲੀ ਮਾੜੀ, ਵਧੀਆ ਤਾਂ ਹੈ ਨਹੀਂ, ਆਪਾਂ ਨੂੰ ਇਹ ਨਹੀਂ ਲੱਗਦਾ ਵੀ ਤੇਰੇ ਦੋ ਮਾਰੇ ਕੰਨ ਤੇ ਮਾਰੀ ਜਾਂਦਾ, ਵਧੀਆ ਤੇ ਰਾਤ ਨੂੰ ਪੀਏਗਾ। ਫਿਰ ਇਹ ਤੇ ਬਦਬੂ ਆਉਂਦੀ ਤੇਰੇ ਚੋਂ ਗਿਆਨ ਦੀ, ਆਪ ਤੂੰ ਕਰਨਾ ਨਹੀਂ, ਫਿਰ ਕਰੋਗੇ ਕੀ? ਇਦਾਂ ਹੀ ਹੈ ਜਿਵੇਂ ਸ਼ਰਾਬੀ ਗੱਲਾਂ ਕਰਦਾ, ਸ਼ਰਾਬ ਮਾੜੀ ਹੈ, ਰੋਜ਼ ਪੀਂਦਾ ਹੈ, ਇਦਾਂ ਆਪਾਂ ਸਾਰੇ ਗਿਆਨ ਇਹਦੇ ਕੱਲ ਨੂੰ ਪਤਾ ਲੱਗੂਗਾ ਨਾ। ਹੁਣ ਮੰਨ ਲਓ ਵੀ ਇਹ ਜਿਹੜਾ ਸਾਰਾ ਕੁਝ ਹੈ, ਮੰਨ ਲਓ ਗਿਆਨ ਬਹੁਤ ਹੈ, ਗਿਆਨ ਨੂੰ ਕੀ ਕਰੋਗੇ ਤੁਸੀਂ ਅਗਰ ਤੁਸੀਂ ਲਾਗੂ ਨਹੀਂ ਕਰਦੇ? ਜ਼ਿੰਦਗੀ ਵਿੱਚ ਲਾਗੂ ਕਰਨਾ ਪੈਂਦਾ ਹੈ। ਦਿਨ ਰਾਤ ਸੁਣੀ ਜਾਈਏ ਭਾਵੇਂ, ਫਿਰ ਫਾਇਦਾ ਨਹੀਂ ਹੁੰਦਾ। ਅੱਛਾ ਇੱਕ ਗੱਲ ਵੇਖੋ ਬਈ, ਬੜੀ ਕਮਾਲ ਦੀ ਚੀਜ਼ ਹੈ, ਜ਼ਿੰਦਗੀ 'ਚ ਲਾਗੂ ਕਰ ਲਓ, ਬੜਾ ਸਵਾਦ ਆਉਂਦਾ ਫਿਰ ਜ਼ਿੰਦਗੀ ਜੀਣ ਦਾ। ਬਿਨਾਂ ਸਾਜ਼ਾਂ ਤੋਂ ਤੁਸੀਂ ਝੂਮਣ ਲੱਗ ਪੈਂਦੇ ਆ। ਬੜੇ ਬੰਦੇ ਆ ਕਹਿੰਦੇ ਸਾਜ਼ ਵੱਜਦੇ ਆ, ਸਾਡੇ ਪੈਰ ਫਿਰ ਥਿਰਕਦੇ ਹਨ। ਬੜੇ ਬੰਦੇ ਆ ਕਹਿੰਦੇ
म्यूजिक वजदा है, राग वजदा है, कोई ताल वजदा है, फिर असी नाच साडे अंदरों निकलदा है। पर जे ज्ञान होवे, समझ होवे, बिना साजां तो पैर थिरकदे है, बिना रागां तो बंदा झूमण लग पैंदा, बिना म्यूजिक तो मस्त रहिंदा, मस्त रहिंदा। बाबा मन मतवारो, मन मतवाला हो जांदा। अब बाकी जिन्ना विआह वा ढंगां च नचदे आ, तुसी जोर नाल नच लो, अगले दिन थकावट हो जाती है। तुसी 10 दिन ना विआह खाओ, इन्ने नचियो, खुश होयो, वो 10 दिन तुसी इन्ना खादा, इन्ने खुश रहे, घरे आके 10 दिन तुसी ऐ पे हुंदे जिवें मरिया कुत्ता पिया हुंदा कि नहीं। वधिया जे विआह ते जाओ ते नच्ची जाओ, छाला मारियो, कदे आ खा लै, कदे आ खा लै, ऐ खुश रहो। ते 10 दिन आके घरे जी नहीं लगदा, फिर फायदा की होया? कदे अप कदे डाउन, कबहू जीड़ा ऊब चढ़ता, कबहू जाए प्यार। ये सहज थोड़ा है, ये खुशी साडा सहज नहीं है, ऑटोमैटिक नहीं है। हासा साडा सहज बन जाए, खुशी साडा सहज बन जाए, आपे करना ना पवे। विआह गए ते खुश होए। जिवें वेखो ना, गेर पहला पाईदा सी, पहला दूजा तीजा, जो नवा नवा बंदा गड्डी सिखदा अगला कहना दूजा ही पाई जाना, तीजा भी पा, अच्छा भुल गया, फिर तीजा पाउंदा, चेता कराउणा पैंदा। पर जदों बंदा 10-20 वारी गड्डी चला लैंदा, फिर आपे ही गेयर बदल जांदा। हुण आप सोच के पाउंदा कि आपे ही पै जांदा। जिन्ने ड्राइवर हो सोच के पाउंदे भी हुण गेयर पावां, दिमाग आपे ही हाथ ऑटोमैटिक हो जांदा। हुण ड्राइवरी तेरा सहज है। सब्जी बनाउणी पैंदी, पहला पहला हिसाब नहीं आउंदा, मुड़ के ते लूण मिर्च चैक करन दी लोड़ ही नहीं पैंदी, हिसाब ही इन्ना आ जांदा वी इन्नी सब्जी च इन्ना ही पऊ। हुण सब्जी बनाउणा साडा सहज है। पहला रोटी गोल बनदी नहीं, किन्ना च पंगा लैंदा बंदा, फिर जदों हिसाब ज आ जांदा बस फिर वो ते ही बड़ी जांदी, फिर सहज है साडा। साज वजाउणे ने पहला पहला कोशिश, मुड़ के ते सहज ही। एक हसना हुंदा है आर्टिफिशियल, सोच के जोर ला के विआह आएगा, खुशी का मौका आएगा। एक खुशी साडा सहज होती है अपने आप, ऑटोमैटिक। हासा साडा सहज बन जाता। हमारी प्यारी अमृत धारी गुर निमख ना मन ते तारी रे, दर्शन परसन सरसन हरसन रंग रंगी करतारी। वो खड़ाओ, वो आनंद, वो सुरूर ऑटोमैटिक होता है, बंदा आप ही खुश रहता। फिर हर वेले लो बोलो, आनंद पाया मेरी माए सतगुरु मैं पाया, आनंद पाया मेरी माए सतगुरु मैं पाया, आनंद पाया मेरी माए सतगुरु मैं पाया, आनंद पाया मेरी माए सतगुरु मैं पाया। हाँ, आनंद पाया ओ, आनंद पाया मेरी माए सतगुरु मैं पाया, आनंद पाया मेरी माए सतगुरु मैं पाया, आनंद पाया मेरी माए सतगुरु मैं पाया, आनंद पाया मेरी माए मैं पाया, आनंद पाया मेरी माए सतगुरु। आनंद पाया मेरी माए, आनंद पाया मेरी माए, पाया मेरी माए, आनंद पाया मेरी माए। बोलिया करो भाई, ओ जी आनंद पाया मेरी, आनंद पाया मेरी माए, आनंद पाया मेरी माए, आनंद पाया मेरी माए, आनंद पाया मेरी
सतगुरु मैं पाया, पाया मेरी माए सतगुरु मैं पाया, पाया मेरी माए सतगुरु मैं पाया, पाया मेरी माए सतगुरु मैं पाया, आनंद पाया गज के तेरी माए, ओ आनंद पाया मेरी माए, आनंद पाया मेरी माए सतगुरु मैं पाया, 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 पाया मेरी माए सतगुरु मैं पाया, आनंद पाया मेरी माए सतगुरु मैं पाया, आनंद पाया मेरी माए सतगुरु मैं पाया। सतगुर तां पाया सहज सेती, मन वजीਆਂ ਵਾਧਾਈਆਂ, ਆਟੋਮੈਟਿਕ ਸਹਿਜੇ ਆਪਣੇ ਆਪ ਸਮੇਂ ਦੇ ਹਿਸਾਬ ਨਾਲ ਬੰਦਾ ਪ੍ਰੈਕਟੀਕਲ ਹੁੰਦਾ ਰਹਿੰਦਾ, ਆਪਣੇ ਆਪ ਜਦੋਂ ਹੁੰਦਾ ਨਾ ਸਹਿਜ ਵਿੱਚ ਉਹ ਹੁੰਦਾ ਹੈ, ਗਿਆਨ ਕਮਾਇਆ ਜਾਂਦਾ, ਆਟੋਮੈਟਿਕ ਹੁੰਦਾ ਹੈ, ਸਮੇਂ ਦੇ ਹਿਸਾਬ ਨਾਲ ਹੁੰਦਾ, ਉਹਨੂੰ ਪ੍ਰੈਕਟਿਸ ਕਰਕੇ ਆਪਣਾ ਬਣਾਉਣਾ ਹੁੰਦਾ, ਆਪਣੀ ਜ਼ਿੰਦਗੀ ਵਿੱਚੋਂ ਉਹ ਖੁਸ਼ਬੂ ਆਉਣ ਲੱਗ ਜਾਂਦੀ ਹੈ, ਮਹਿਕ ਆਉਣ ਲੱਗ ਜਾਂਦੀ ਹੈ ਭਾਈ, ਤੇ ਗਿਆਨ ਆ ਗਿਆ, ਸਮਝ ਆ ਗਈ, ਤੇ ਜ਼ਿੰਦਗੀ ਜਿਉਣ ਦਾ ਸਵਾਦ ਆ ਗਿਆ, ਜ਼ਿੰਦਗੀ ਮਿਲ ਗਈ। ਜਿਵੇਂ ਨਾ ਹੁਣ ਆਪਾਂ ਸ਼ਬਦ ਪੰਚਮ ਪਾਤਸ਼ਾਹ ਦਾ ਹੈ, ਇੱਕ ਵਾਰ ਪਹਿਲੀ ਪੰਕਤੀ ਗਾਓ, ਫਿਰ ਮੈਂ ਥੋੜੀ ਜਿਹੀ ਤੂੰ ਇਹਦਾ ਥੋੜਾ ਜਿਹਾ ਸਮਝਦੇ ਆ ਨੁਕਤੇ। मोहन कर आवो करो जो दरिया, मान करो अब मन बोलो भूल चूक तेरी प्रेचरिया। मेरे मोहन मेरे घर आओ ते मैं करदा जोदड़ियां, मेरे घर आओ। लगदा इंज है जिवें कोई ਬੰਦਾ ਹੈ, ਉਹਨੂੰ ਕਿਹਾ ਜਾ ਰਿਹਾ ਵੀ ਮੇਰੇ ਘਰੇ ਆ ਕੇ ਜਾਈ, ਗੇੜਾ ਮਾਰ ਕੇ ਜਾ। ਜਿਵੇਂ ਕਿਸੇ ਬਾਬਾ ਜੀ ਨੂੰ ਕਹੀਏ ਬਾਬਾ ਜੀ ਸਾਡੇ ਘਰ ਚਰਨ ਪਾ ਕੇ ਜਾਇਓ, ਜਿਵੇਂ ਕਿਸੇ ਗੁਰੂ ਨੂੰ ਕਹੀਏ ਗੁਰੂ ਜੀ ਮੇਰੇ ਘਰੇ ਚਰਨ ਪਾ ਕੇ ਜਾਇਓ, ਮੈਂ ਤੁਹਾਡੀ ਸੇਵਾ ਕਰੂੰ, ਮੈਂ ਤੁਹਾਨੂੰ ਪ੍ਰਸ਼ਾਦਾ ਛਕਾਊਂ। ਇਹ ਮਸਲਾ ਨਹੀਂ ਇੱਥੇ, ਚਾਹੇ ਕੋਈ ਸਾਧ ਹੋਵੇ, ਸਰੀਰ ਕਰਕੇ ਕੋਈ ਗੁਰੂ ਹੋਵੇ, ਉਹ ਇੱਕ ਲਿਮਟ ਹੈ। ਇੱਕ ਸਰੀਰ ਸਾਰਿਆਂ ਥਾਵਾਂ ਤੇ ਸਾਰਿਆਂ ਘਰਾਂ ਵਿੱਚ ਨਹੀਂ ਜਾ ਸਕਦਾ। ਸਰੀਰ ਆਉਂਦਾ ਵੀ ਹੈ, ਸਰੀਰ ਜਾਂਦਾ ਵੀ ਹੈ, ਜੰਮਦਾ ਮਰਦਾ ਰਹਿੰਦਾ। ਅਸੀਂ ਗੱਲ ਕਰਦੇ ਹਾਂ ਮੋਹਨ, ਮਨ ਨੂੰ ਮੋਹ ਲੈਣ ਵਾਲਾ, ਤੇ ਮਨ ਨੂੰ ਮੋਹ ਲੈਣ ਵਾਲੀ ਹੈ ਆ ਸਾਰੀ ਕੁਦਰਤ, ਆ ਕਾਇਨਾਤ, ਆ ਇੱਕੋ ਓੰਕਾਰ, ਆ ਇੱਕੋ ਜਿਹਦਾ ਅਸੀਂ ਸਾਰੇ ਰੂਪ ਹਾਂ। ਜਿਸ ਸਮੁੰਦਰ ਦੀ ਅਸੀਂ ਇੱਕ ਬੂੰਦ ਹਾਂ, ਜਿਸ ਸੂਰਜ ਦੀ ਅਸੀਂ ਇੱਕ ਕਿਰਨ ਹਾਂ, ਉਹ ਇੱਕੋ, ਉਹ ਵੱਡਾ ਜਿਹਦੀ ਅਸੀਂ ਅੰਸ਼ ਹਾਂ। ਕਹੋ ਕਬੀਰੇ ਰਾਮ ਕੀ ਅੰਸ਼, ਉਹ ਰਮਿਆ ਹੋਇਆ ਉਹਦੀ ਅੰਸ਼ ਹਾਂ। ਉਹ ਜੋਤ ਜਿਹਨੂੰ ਅਸੀਂ ਕਹਿੰਦੇ ਆ ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਉਹਦੀ ਅੰਸ਼ ਹੈ, ਉਹ ਹੈ। ਹੁਣ ਕੋਈ ਬੰਦਾ ਤੇ ਹੈ ਨਹੀਂ ਜਿਹਨੂੰ ਕਹੀਏ ਵੀ ਮੇਰੇ ਘਰੇ ਚਰਨ ਪਾ ਕੇ ਜਾਓ, ਫਿਰ ਇਹਦਾ ਮਤਲਬ ਕੀ ਬਣਿਆ? ਮੋਹਨ ਘਰ ਆਵੋ ਕਰੋ ਜੋਦੜੀਆ, ਵੀ ਮੈਂ ਜੋਦੜੀ ਕਰਦਾ, ਮੇਰੇ ਘਰੇ ਆਓ। ਇਹਦਾ ਮਤਲਬ ਹੈ ਹੈਗਾ ਰਮਿਆ ਹੋਇਆ, ਤੂੰ ਦਰਖਤ ਹੈ, ਮੈਂ ਪੱਤਾ ਤੇਰੇ ਨਾਲ ਹੀ ਲੱਗਿਆ ਹੋਇਆ। ਜੇ ਤੂੰ ਮੈਂ ਹੈਗਾ, ਇਹਦਾ ਮਤਲਬ ਤੂੰ ਵੀ ਹੈਗਾ ਹੀ ਹੈ। ਮੈਂ ਬੂੰਦ ਆ, ਤੂੰ ਸਾਗਰ ਹੈ। ਬੂੰਦ ਕਹਿੰਦੀ ਹੈ ਤੂੰ ਹੈਗਾ ਸਾਗਰ, ਤਾਂ ਹੀ ਮੈਂ ਹੈਗੀ ਹੈ ਨਾ, ਨਹੀਂ ਤੇ ਮੇਰੀ ਕੀ ਹਸਤੀ ਹੈ। ਕਿਰਨ ਕਹਿੰਦੀ ਹੈ ਸੂਰਜ ਹੈਗਾ ਤਾਂ ਹੀ ਮੈਂ ਆ, ਜੇ ਸੂਰਜ ਨਾ ਹੋਵੇ ਤੇ ਮੈਂ ਕਿੱਦਾਂ ਹੋਵਾਂ। ਇੱਕ ਵੱਡੇ ਦਾ ਮੈਂ ਛੋਟਾ ਜਿਹਾ ਕਾਣਾ ਰੂਪ ਆ। ਜਿਵੇਂ ਕੱਲਾ ਨੱਕ ਨਹੀਂ ਨਾ ਹੁੰਦਾ, ਸਰੀਰ ਨਾਲ ਲੱਗਿਆ ਹੀ ਹੁੰਦਾ ਨੱਕ, ਏਦਾਂ ਅਸੀਂ ਪਰਮਾਤਮਾ ਦੀ ਇੱਕ ਲੱਗੇ ਹੀ ਹੋਇਆ। ਪਰਮਾਤਮਾ ਨਾਲ ਇੱਕ ਨਿੱਕਾ ਜਿਹਾ ਅੰਗ ਰੱਬ ਦਾ ਹੀ, ਪਰਮਾਤਮਾ ਦਾ ਹੀ, ਉਹ ਸਮੁੱਚੇ ਦਾ, ਵੱਡੇ ਦਾ। ਉਹਨੂੰ ਏਕੋ ਕਹੋ, ਉਹਨੂੰ ਰੱਬ ਕਹੋ, ਉਹਨੂੰ ਕੁਦਰਤ ਕਹੋ, ਜੋ ਕਹਿਣਾ ਉਹਨੂੰ ਮੋਹਨ ਕਹੋ।
ਹੁਣ ਅਸੀਂ ਕਹਿੰਦੇ ਆ ਕਿ ਮੋਹਨ ਘਰ ਆਵੋ ਕਰੋ ਜੋ ਦਰੀਆ, ਮੈਂ ਬੇਨਤੀ ਕਰਦਾ ਮੇਰੇ ਘਰੇ ਆਓ। ਕਿਹਾ ਤੇ ਸੇਮ ਹੀ ਜਾਣਾ, ਕਿਹਾ ਤੇ ਇਦਾਂ ਹੀ ਜਾਣਾ, ਗੱਲ ਸੇਮ ਹੀ ਹੁੰਦੀ ਹੈ, ਪਰ ਤਰੀਕਾ ਹੈ। ਇੱਧਰ ਸੁਣੋ ਬਈ, ਧਿਆਨ ਇੱਧਰ ਰੱਖੋ, ਤਰੀਕਾ ਹੈ। ਇੱਕ ਗੱਲ ਲਈ ਨਾ ਸ਼ਬਦ ਕਿਸੇ ਇੱਕ ਨੂੰ, ਜਿਵੇਂ ਅਸੀਂ ਆਪਾਂ ਕਹਿੰਦੇ ਆ ਨਾ ਵਿੰਡੋ ਖੋਲ ਦਿਓ, ਹੁਣ ਆਹ ਵਿੰਡੋ ਵੀ ਖੋਲਣੀ ਹੁੰਦੀ ਹੈ, ਇੱਕ ਕੰਪਿਊਟਰ ਦੀ ਵਿੰਡੋ ਵੀ ਹੁੰਦੀ ਹੈ, ਉਹ ਵੀ ਵਿੰਡੋ ਹੀ ਹੁੰਦੀ ਹੈ। ਤੇ ਕਈ ਵਾਰੀ ਗੱਡੀ ਵਾਲੀ ਨੂੰ ਵੀ ਵਿੰਡੋ ਹੀ ਕਹਿ ਦਿੰਦੇ ਨੇ ਵੀ ਗੱਡੀ ਵਾਲੀ ਵਿੰਡੋ, ਨਾਂ ਤਾਂ ਇੱਕੋ ਹੀ ਹੁੰਦਾ। ਜੇ ਹੁਣ ਆਪਾਂ ਕਈ ਵਾਰੀ ਕਹਿੰਦੇ ਆ ਉਹ ਮੂੰਹ ਖੋਲ, ਜੇ ਮੈਂ ਇੱਥੇ ਕਹਾਂ ਬੈਠਾ ਬੈਠਾ ਮੂੰਹ ਖੋਲੋ, ਇਹਦਾ ਅਰਥ ਕੋਈ ਹੋਰ ਹੈ। ਤੇ ਜੇ ਡਾਕਟਰ ਕਵੇ ਗਲੇ ਵਾਲਾ ਮੂੰਹ ਖੋਲੋ, ਉਹਦਾ ਅਰਥ ਕੋਈ ਹੋਰ ਹੈ, ਪਰ ਸ਼ਬਦ ਇੱਕੋ ਹੀ ਹੈ, ਮੂੰਹ ਖੋਲੋ। ਸ਼ਬਦ ਇੱਕ ਹੈ, ਅਰਥ ਵੱਖਰਾ ਹੈ। ਸਮਝਦੇ ਗੱਲ? ਜਿਵੇਂ ਡਾਕਟਰ ਕੋਲ ਇੱਕ ਬੀਬੀ ਗਈ, ਹੱਸ ਲੋ ਵਿੱਚ ਦੀ, ਉਹ ਕਹਿੰਦੀ ਗੁਆਂਢਣ ਹੀ ਸੀ, ਤੇ ਕਹਿੰਦਾ ਬੇਬੇ ਮੂੰਹ ਖੋਲ। ਉਹ ਕਹਿੰਦੀ ਗੱਲ ਸੁਣ ਮੁੰਡਿਆ, ਤੇਰੀ ਗੁਆਂਢਣ, ਤੇਰੇ ਘਰ ਵਾਲੀ ਦੁਪਹਿਰੇ 12 ਵਜੇ ਜਾਂਦੀ ਹੈ, 2 ਵਜੇ ਆਉਂਦੀ ਹੈ, ਇਦੋਂ ਵੱਧ ਮੇਰਾ ਮੂੰਹ ਨਾ ਖੁੱਲਾ। ਉਹਨੇ ਹੋਰ ਹੀ ਮੂੰਹ ਖੋਲਤਾ। ਡਾਕਟਰ ਨੇ ਤੇ ਕਿਹਾ ਸੀ ਵੀ ਤੇਰਾ ਗਲਾ ਚੈੱਕ ਕਰਨਾ, ਬੇਬੇ ਮੂੰਹ ਖੋਲ। ਸਮਝਦੇ ਗੱਲ? ਉਹ ਕਹਿੰਦਾ ਮੂੰਹ ਖੋਲ, ਉਹਨੇ ਹੋਰ ਹੀ ਖੋਲਤਾ ਨਾ ਮੂੰਹ। ਹੁਣ ਅਰਥ ਕੁਝ ਹੋ, ਸ਼ਬਦ ਸੇਮ ਹੀ ਲੱਗਣਾ, ਕਿਹਾ ਇਦਾਂ ਹੀ ਜਾਂਦਾ, ਮੋਹਨ ਘਰ ਆਵੋ ਕਰੋ ਜੋਦਰੀਆਂ, ਮੈਂ ਜੋਦੜੀ ਕਰਦਾ, ਕਿਹਾ ਇਦਾਂ ਹੀ ਜਾਂਦਾ ਹੈ, ਪਰ ਮੀਨਿੰਗ ਜਿਹੜਾ ਹੈ ਉਹ ਕੁਝ ਹੋਰ ਹੈ। ਕਿਸੇ ਨੂੰ ਕਿਹਾ ਨਹੀਂ ਜਾ ਰਿਹਾ, ਇਹਦਾ ਗੱਲ ਲੱਗਣੀ ਸੇਮ ਹੈ। ਸਾਰੇ ਗੁਰਬਾਣੀ ਦੇ ਸ਼ਬਦ ਐਂ ਲੱਗਦੇ ਨੇ ਕਿਸੇ ਰੱਬ ਨੂੰ ਕਿਹਾ ਜਾ ਰਿਹਾ, ਪਰ ਇਹ ਭਾਵ ਅਰਥ ਲੈਣੇ ਹੁੰਦੇ ਆ। ਸਾਡੇ ਮਸ਼ੀਨਰੀ ਕਹਿੰਦੇ ਰਹੇ ਐ ਅਰਦਾਸ ਦਾ ਜੋਤ ਦਾ ਭਾਵ ਅਰਥ ਲੈਣਾ ਹੈ, ਸਾਡੀ ਜੋਤ ਹੋਰ ਹੈ, ਬਾਬੇ ਜੋਤਾਂ ਹੋਰ ਲਾਉਂਦੇ ਆ। ਫਿਰ ਕਹਿੰਦੇ ਹੁੰਦੇ ਸੀ ਅਸੀਂ ਦੀਵਾ ਹੋਰ ਹੈ ਸਾਡਾ, ਉਹਨਾਂ ਦਾ ਦੀਵਾ ਹੋਰ ਹੈ, ਸਾਡਾ ਗਿਆਨ ਸਰੋਵਰ ਹੈ, ਉਹਨਾਂ ਦਾ ਤੀਰਥ ਹੋਰ ਹੈ, ਸਾਡਾ ਤੀਰਥ ਹੋਰ ਹੈ। ਅਸੀਂ ਐ ਨਹੀਂ ਮੰਨਦੇ। ਤੇ ਜਦੋਂ ਆਈ ਗੱਲ ਰੱਬ ਦੀ, ਰੱਬ ਇਹਨੂੰ ਭਾਵ ਅਰਥਾਂ ਚ ਲਿਆ ਹੀ ਨਹੀਂ, ਵੀ ਇਹ ਵੀ ਤਾਂ ਅਰਥ ਹੋ ਰਹੀ ਹੈ, ਇਹਦਾ ਮਤਲਬ ਵੀ ਹੋਰ ਸੀ, ਇਹਦਾ ਭਾਵ ਅਰਥ ਲੈਣਾ ਹੈ। ਚਰਨ ਸਾਧ ਕੇ ਧੋਏ ਧੋਏ ਪੀਓ, ਕਹਿੰਦੇ ਕਹਿਆ ਕਰਦੇ ਹੁੰਦੇ ਸੀ, ਕਹਿੰਦੇ ਸੀ ਇਹਦੇ ਸਾਧ ਵੀ ਸਾਡਾ ਹੋਰ ਹੈ ਤੇ ਚਰਨ ਵੀ ਹੋਰ ਹੈ, ਤੇ ਧੋ ਕੇ ਪੀਣ ਦਾ ਅਰਥ ਵੀ ਕੁਝ ਹੋਰ ਹੈ। ਇਹਨਾਂ ਨੂੰ ਭਾਵ ਅਰਥਾਂ ਚ ਲੈਣਾ ਹੈ। ਜਦੋਂ ਗੱਲ ਆਈ ਰੱਬ ਦੀ, ਉਹਨੂੰ ਭਾਵ ਅਰਥਾਂ ਚ ਨਹੀਂ ਲਿਆ, ਉਹ ਪੁਜਾਰੀ ਵਾਲਾ ਹੀ ਲੈ ਲਿਆ। ਐਂ ਮੰਨ ਲਿਆ ਵੀ ਕੋਈ ਬੈਠਾ ਹੈ, ਉਹ ਕਰਦਾ ਸਾਰਾ ਕੁਝ। ਉਹ ਨਹੀਂ ਕਰਦਾ, ਅਸੀਂ ਉਹਦਾ ਰੂਪ ਆ, ਅਸੀਂ ਕਰਨਾ ਹੈ। ਪਰਮਾਤਮਾ ਦਾ ਅਸੀਂ ਰੂਪ ਆ, ਸਾਰੇ ਆਪਾਂ ਹੀ ਰੱਬ ਦੀ ਅੰਸ਼ ਆ, ਆਪਾਂ ਕਰਾਂਗੇ। ਹੁਣ ਮੋਹਨ ਘਰ ਆਵੋ, ਮੋਹਨ ਸਾਡਾ ਆ ਜਿਹੜਾ ਮੋਹ ਲੈਂਦਾ, ਉਹ ਵੀਰੋ ਵੇਖੋ ਜਰਾ ਕੁਦਰਤ ਵੱਲ ਮੋਹਿਆ ਨਹੀਂ ਜਾਂਦਾ। ਤੂੰ ਕਿਹੜੀ ਫਿਲਮ ਵੇਖੀ ਇਹੋ ਜੀ ਤੂੰ, ਜਿਹੜੀ ਸਵੇਰੇ ਜਿਵੇਂ ਸੂਰਜ ਚੜ੍ਹਦਾ ਵੇਖ, ਛਿਪਦਾ ਵੇਖ, ਤਾਰੇ ਵੇਖ, ਚੰਦਰਮਾ ਵੇਖ, ਚੱਲਦੀਆਂ ਹਵਾਵਾਂ ਵੇਖ, ਚੱਲਦੀਆਂ ਦਰਿਆਵਾਂ ਨੂੰ ਵੇਖ, ਸਮੁੰਦਰਾਂ ਦਾ ਵਹਿਣ ਵੇਖ, ਆਪਣੇ ਛੱਡ ਪਰੇ, ਅੱਖਾਂ ਬੰਦ ਕਰ ਲੈ, ਵੇਖ ਲੈ ਮਾੜਾ ਜਿਹਾ ਕਿਵੇਂ ਸਰਕੂਲੇਸ਼ਨ ਚੱਲਦਾ ਹੈ। 72,000 ਨਾੜੀ ਸਾਡੀ ਬੋਡੀ ਦੇ ਵਿੱਚ, ਅਣਗਿਣਤੀ ਸਾਰੇ ਸੈੱਲ ਨੇ, ਕਿਵੇਂ 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 ਖਾਣਾ ਪਚਦਾ ਹੈ, ਕਿਵੇਂ ਸਾਰਾ ਕੁਝ ਬਣੀ ਜਾਂਦਾ, ਕਿਵੇਂ ਕਿਵੇਂ ਬੰਦੇ 'ਚ ਤਾਕਤ ਹੈ ਇੱਕ ਬੱਚਾ ਪੈਦਾ ਕਰਨ ਦੀ। ਆ ਸਾਰਾ ਕੁਝ ਜਿਹੜਾ ਹੈ, ਇਹਨੂੰ ਵੇਖ ਕੇ ਐ ਲੱਗਦਾ ਨਹੀਂ ਵੀ ਮੋਹ ਲਿਆ ਤੂੰ, ਤੇ ਇਹੋ ਜਿਹਾ ਤਾਂ ਹੈ ਹੀ ਕੁਛ ਨਹੀਂ। ਇੱਕ ਇੱਕ ਚੀਜ਼ ਵੇਖ ਲਓ, ਇਹ ਮੋਹ ਲੈਂਦਾ। ਆਲੇ ਦੁਆਲੇ ਸਾਡੇ ਹੈਗਾ, ਜਿਹਨੂੰ ਅਸੀਂ ਕਹਿੰਦੇ ਆ ਵੀ ਮੇਰੇ ਘਰ ਤੇ ਆ, ਮਤਲਬ ਕੀ ਹੈ, ਹੈਗਾ ਬਹੁਤ ਵਧੀਆ ਹੈ, ਆ ਮੇਰੇ ਘਰ ਨਹੀਂ ਆਉਂਦਾ, ਮੈਂ ਭੁੱਲ ਜਾਣਾ। ਆ ਹੁਣ ਮੈਂ ਗੱਲਾਂ ਕਰ ਰਿਹਾ, ਵੇਖੋ ਤੁਹਾਨੂੰ ਯਾਦ ਆਊਗਾ, ਹਾਂ ਕੁਦਰਤ ਬੜੀ ਕਮਾਲ ਦੀ ਹੈ, ਸਾਡਾ ਰੱਬ ਅਸੀਂ ਜਿਹਦੀ ਅੰਸ਼ ਆ, ਬੜਾ ਕਮਾਲ ਦਾ। ਲੈ ਮੇਰੀਆਂ ਗੱਲਾਂ ਚੋਂ ਯਾਦ ਆ ਜੂ, ਜਦੋਂ ਮੈਂ ਮਾੜਾ ਜਿਹਾ ਛੱਡਤਾ ਆ ਹੋਰ ਗੱਲਾਂ ਬਾਅਦ ਫਿਰ ਭੁੱਲ ਗਿਆ, ਫੀਲਿੰਗ ਨਹੀਂ ਰਹਿੰਦੀ। ਸੋਹਣਾ ਤੇ ਬਹੁਤ ਹੈ, ਕਮਾਲ ਦਾ। ਨਿੱਕੇ ਜਿਹੇ ਕੀੜੇ ਨੂੰ ਵੇਖ ਲਓ, ਕਮਾਲ ਦਾ। ਦੁਸ਼ਮਣ ਹੈ ਯਾਰ ਤੁਹਾਡਾ,
ਇੱਕ ਗੱਲ ਚੇਤਾ ਰੱਖਿਓ, ਮਾੜਾ ਇੱਥੇ ਸਰੀਰ ਵੀ ਕੋਈ ਨਹੀਂ। ਮੰਨ ਲਓ ਅਜਨਾਲਾ ਸਾਡੇ ਦੁਆਨ ਰੋਕਣ ਆਉਂਦਾ, ਐਗਜ਼ੈਂਪਲ ਲੈ ਲਓ, ਚਲੋ ਤੁਹਾਡੇ ਸਮਝ ਆਊ ਗੱਲ, ਜਮਾਂ ਹੀ ਸਮਝ ਆ ਜੂ। ਰੱਬ ਕਮਾਲ ਦਾ, ਕੀ ਅਜਨਾਲਾ ਵੀ ਰੱਬ ਦਾ ਰੂਪ ਹੈ? ਮੇਰੇ ਤੇ ਸਵਾਲ ਹੋ ਜੇ ਵੀ ਰੱਬ ਕੀ ਅਜਨਾਲਾ ਵੀ ਰੱਬ ਹੈ? ਮੈਨੂੰ ਪੁੱਛ ਲੈ ਕੋਈ, ਸਾਰੀਆਂ ਚੀਜ਼ਾਂ ਰੱਬ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਫਿਰ ਅਜਨਾਲਾ ਵੀ ਗੋਬਿੰਦ ਨਾ ਹੋਇਆ? ਬੋਲੋ, ਜਵਾਬ ਦਿਓ, ਫਿਰ ਇਹਦਾ ਕੀ ਦੇਣਾ? ਬੋਲੋ, ਇਹਦਾ ਜਵਾਬ ਕੀ ਹੈ? ਵੀ ਬਾਬਾ ਧੁੰਮਾ ਵੀ ਰੱਬ ਹੀ ਹੈ, ਅਜਨਾਲਾ ਬਾਬਾ ਵੀ ਰੱਬ ਹੀ ਹੈ ਕਿ ਨਹੀਂ? ਇਹ ਸਾਰੇ ਰੱਬ ਹੀ ਨੇ, ਰੱਬ ਹੀ ਰੱਬ, ਰੱਬ ਹੀ ਰੱਬ, ਜਹੇਦਾਰ ਵੀ ਰੱਬ ਹੀ ਹੈ ਕਿ ਨਹੀਂ? ਬਾਬਾ ਸਰਸੀ ਵਾਲਾ ਵੀ ਰੱਬ ਹੀ ਹੋਇਆ, ਫਿਰ ਸਾਰੇ ਰੱਬ ਨੇ। ਸਮਝ ਆਉਂਦੀ ਤੁਹਾਡੇ? ਫਿਰ ਮਤਲਬ ਏਦਾਂ ਕਿਵੇਂ? ਮਤਲਬ ਜੇ ਸਵਾਲ ਸੋਚਿਆ ਕਰੋ, ਇਹੋ ਜਿਹਾ ਮਾੜਾ ਮੋਟਾ ਦਿਮਾਗ ਚਲਾ ਕੇ ਰੱਖਿਆ ਕਰੋ, ਕਿਤੇ ਜੱਬ ਛਿੜ ਜੇ, ਗਾਂ ਕੋਈ ਗਾਂ ਮਿਲ ਗਿਆ ਅਗਲੇ। ਹੁਣ ਸਵਾਲ ਜਵਾਬ ਤੇ ਆਉਂਦੇ ਆ, ਪਰ ਅੱਗੇ ਵਾਲਾ ਵੀ ਕੋਈ ਏਦਾਂ ਹੋ ਹੀ ਸਕਦਾ। ਪਰ ਇਹ ਚੇਤਾ ਰੱਖਣ ਵਾਲੀ ਗੱਲ ਹੈ, ਰੱਬ ਕਮਾਲ ਦਾ। ਅਜਨਾਲੇ ਦੇ ਜੇ ਸਰੀਰ ਨੂੰ ਵੇਖਾਂਗਾ ਨਾ, ਉਹਦੇ ਬੋਡੀ ਵਿੱਚ ਚੱਲਣ ਵਾਲੇ ਸਰਕੂਲੇਸ਼ਨ ਨੂੰ ਵੇਖ ਕੇ ਵੀ ਮੇਰੇ ਅੰਦਰੋਂ ਵਾਹ ਵਾਹ ਹੀ ਨਿਕਲਣਾ। ਉਹਦੇ ਦਿਮਾਗ ਦੇ ਸਿਸਟਮ ਨੂੰ ਵੇਖ ਕੇ ਵੀ ਮੇਰੇ ਅੰਦਰੋਂ ਵਾਹ ਵਾਹ ਹੀ ਨਿਕਲਣਾ। ਵਾਹ, ਉਹਦੀ ਬਾਂਹ ਜਿਹੜੀ ਗੋਲੀ ਮਾਰਨ ਵਾਲੇ ਬੰਦੇ ਜਿਹੜੇ ਨੇ, ਜਿਹਨੇ ਭੁਪਿੰਦਰ ਸਿੰਘ ਦੇ ਗੋਲੀ ਮਾਰੀ, ਬਾਂਹ ਨੂੰ ਵੇਖ ਕੇ ਪ੍ਰੋਬਲਮ ਨਹੀਂ ਮੈਨੂੰ। ਸਾਡਾ ਜਿਹੜਾ ਵਿਰੋਧ ਹੈ ਉਹ ਅਣਦਿਸਦੇ ਜਿਹੜੇ ਥੌਟ ਨੇ, ਉਹ ਮੈਲ ਹੈ। ਪ੍ਰੋਬਲਮ ਬੋਡੀ ਨਾਲ ਨਹੀਂ, ਪ੍ਰੋਬਲਮ ਉਸ ਚਮੜੀ ਨਾਲ, ਉਸ ਮਾਸ ਨਾਲ ਨਹੀਂ। ਉਹ ਚਮੜੀ, ਉਹ ਤੰਤੂ, ਉਹ ਸੈੱਲ, ਉਹ ਤੇ ਕੁਦਰਤ ਦੇ ਨੇ, ਉਹ ਤੇ ਕਮਾਲ ਹੀ ਹੈ, ਉਹ ਤੇ ਵਾਹ ਵਾਹ ਹੀ ਹੈ। ਕਿਤੇ ਉਹਨੂੰ ਵੇਖ ਕੇ ਐ ਲੱਗੂ ਇਹ ਭੈੜਾ ਦਿਲ ਨਹੀਂ, ਫੀਲਿੰਗ ਤਾਂ ਉੱਥੇ ਵੀ ਸੇਮ ਹੀ ਆਉਣੀ ਹੈ ਵੀ ਕਿਆ ਬਾਤ ਹੈ, ਕਿਵੇਂ ਸਰਕੂਲੇਸ਼ਨ ਚੱਲਦਾ, ਕਿਵੇਂ ਦਿਮਾਗ ਹੈ, ਕਿਵੇਂ ਹੈ, ਠੀਕ ਹੈ। ਪਰ ਪ੍ਰੋਬਲਮ ਕੀ ਹੈ? ਜਿਹੜੇ ਭੈੜੇ ਵਿਚਾਰ ਆਉਂਦੇ ਹੈ, ਮੈਲਾ ਸਰੀਰ ਨਹੀਂ, ਵਿਚਾਰ ਮੈਲੇ ਆ ਰਹੇ ਆ ਜਿਹੜੇ। ਇੱਥੇ ਕੋਈ ਚੀਜ਼ ਭੈੜੀ ਨਹੀਂ, ਕੁਦਰਤ ਵਿੱਚ ਇੱਕ ਚੀਜ਼ ਭੈੜੀ ਨਹੀਂ। ਇੱਥੇ ਜੇ ਕਿਤੇ ਭੈੜੀ ਲੱਗਦੀ ਹੈ, ਉਹ ਹੈ ਤੁਹਾਡੇ ਮਨ, ਤੁਹਾਡੇ ਭੈੜੇ ਵਿਚਾਰ, ਜਿਨ੍ਹਾਂ ਦਾ ਰੂਪ ਕੋਈ ਨਹੀਂ। ਬਾਕੀ ਸਾਰਾ ਹੀ ਵਾਹ 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 ਹੈ। ਸਿਰਫ ਇੱਕ ਥੌਟ ਜਿਹੜੇ ਅੰਦਰ ਭੈੜੇ ਵਿਚਾਰ ਆਉਂਦੇ, ਜਿਹਨੂੰ ਅਸੀਂ ਮਨ ਕਹਿ ਲਓ, ਵਿਚਾਰ ਕਹਿ ਲਓ, ਜਿਨ੍ਹਾਂ ਦਾ ਕੋਈ ਰੂਪ ਨਹੀਂ, ਜੂਝ ਗਲਤ ਕਰਦੇ। ਪਰ ਜੇ ਤੁਸੀਂ ਕੁਦਰਤ ਨੂੰ ਵੇਖ ਰਹੇ ਹੋ, ਰੱਬ ਨੂੰ ਵੇਖ ਰਹੇ ਹੋ, ਫੈਲਾਅ ਨੂੰ ਵੇਖ ਰਹੇ ਹੋ, ਉਸ ਫੈਲਾਅ ਨੂੰ ਜਦੋਂ ਵਾਹ ਵਾਹ ਕਹਿੰਦੇ ਹੋ, ਤੇ ਫਿਰ ਤੁਹਾਨੂੰ ਚਾਹੇ ਬੋਡੀ ਕਿਸੇ ਦੀ ਵੀ ਹੋਵੇ, ਵਾਹ ਵਾਹ ਹੀ ਕਹਿਣਾ ਪੈਣਾ, ਚਾਹੇ ਔਰੰਗਜ਼ੇਬ ਦੀ ਕਿਉਂ ਨਾ ਹੋਵੇ। ਪਰ ਜੇ ਭੈੜਾ ਲੱਗਿਆ ਤੇ ਔਰੰਗਜ਼ੇਬ ਦੀ ਗੰਦੀ ਸੂਚ, ਵਜੀਦੇ ਦੇ ਭੈੜੇ ਵਿਚਾਰ, ਮੈਨੂੰ ਨਫ਼ਰਤ ਹੈ ਵਜੀਦੇ ਦੇ ਭੈੜੇ ਵਿਚਾਰਾਂ ਨਾਲ, ਉਹ ਸੋਚ ਨਾਲ, ਜਿਹੜੇ ਥੌਟ ਕ੍ਰੀਏਟ ਕਰ ਰਿਹਾ, ਇਹ ਪੈਦਾ ਕਰ ਰਿਹਾ ਜਿਹੜਾ ਹੈ। ਤੇ ਸਭ ਇੱਥੇ ਸਾਰਾ ਹੀ ਬੜਾ ਕਮਾਲ ਦਾ, ਮਾੜਾ ਨਹੀਂ ਕੁਛ ਵੀ। ਤੂੰ ਤੇ ਬੜਾ ਕਮਾਲ ਦਾ। ਹੁਣ ਸੁਣੋ, ਅੱਜ ਫੀਲ ਹੁੰਦਾ ਹੈ ਮੇਰੇ ਘਰ ਨਹੀਂ ਨਾ ਆ ਰਿਹਾ। ਵੇਖੋ ਆਲੇ ਦੁਆਲੇ ਬਹੁਤ ਕਮਾਲ ਦਾ ਹੈ, ਮੇਰੇ ਘਰ ਨਹੀਂ ਆ ਰਿਹਾ, ਮੇਰੇ ਅੰਦਰ ਨਹੀਂ ਵਸ ਰਿਹਾ, ਮੇਰੀ ਫੀਲਿੰਗ ਨਹੀਂ ਬਣਦੀ। ਮਾੜਾ ਜਿਹਾ ਕੋਈ ਗੱਲ ਜੀ ਕਰਦਾ ਤੇ ਫੀਲ ਜਿਹਾ ਬਣਦਾ ਵੀ ਹਾਂ ਕੁਦਰਤ ਬੜੀ ਕਮਾਲ ਦੀ ਹੈ। ਜਦੋਂ ਮੈਂ ਹੋਰ ਪਾਸੇ ਧਿਆਨ ਦੇਣਾ ਫਿਰ ਭੁੱਲ ਜਾਂਦਾ ਹੈ। ਤੇ ਮੈਂ ਆਪ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਨਾ ਹਰ ਵੇਲੇ ਹਰ ਸਮੇਂ ਕੁਦਰਤ ਦਾ ਸਮੁੱਚਾ ਸਿਸਟਮ ਸਾਡੇ ਧਿਆਨ ਵਿੱਚ ਰਹੇਗਾ, ਤੇ ਫਿਰ ਵਾਹ 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 ਨਿਕਲੇਗਾ। ਹਰ ਵੇਲੇ ਫੀਲਿੰਗ ਜੀ ਚ ਬਣੀ ਰਹੂਗੀ। ਮਾੜਾ ਜਿਹਾ ਕਦੇ ਭੁੱਲਿਆ ਫਿਰ ਵਾਹ ਜੀ। ਆਪਣੇ ਬੱਚੇ ਨੂੰ ਵੇਖੇਗਾ, ਸਰਕੂਲੇਸ਼ਨ ਉਹਦੇ ਵੀ ਉਵੇਂ ਹੀ ਚੱਲਦਾ ਹੈ, ਵਾਹ ਜੀ ਵਾਹ। ਤੇ ਦੁਸ਼ਮਣ ਦੇ ਬੱਚੇ ਨੂੰ ਵੇਖੇਗਾ, ਉਹਦੀ ਬੋਡੀ ਦਾ ਸਰਕੂਲੇਸ਼ਨ ਵੀ ਉਵੇਂ ਹੀ ਚੱਲਦਾ ਹੈ, ਦਿਲ ਉਵੇਂ ਹੀ ਧੜਕਦਾ ਹੈ, ਪੰਪ ਉਹਦਾ ਦਿਲ ਵੀ ਉਵੇਂ ਹੀ ਕਰਦਾ ਹੈ, ਨਾੜਾਂ ਉਹਦੀਆਂ ਵੀ ਉਵੇਂ ਹੀ ਨੇ।
ਮੋਹਨ ਮੋਹ ਲਿਆ ਮਨ ਮੇਰਾ। ਤੂੰ ਤੇ ਮੋਹ ਲੈਂਦਾ, ਸਾਨੂੰ ਹਿਪਨੋਟਾਈਜ਼ ਕਰ ਲੈਂਦਾ। ਜਦੋਂ ਮੈਂ ਕੁਦਰਤ ਵੱਲ ਵੇਖਦਾ ਖਿੱਚਿਆ ਜਾਂਦਾ। ਕਮਾਲ ਹੈ, ਤੇਰਾ ਰੂਪ ਮੈਂ ਤੇ ਮੈਂ ਵੀ ਫਿਰ ਕਮਾਲ ਹੀ ਹੋਇਆ। ਮੈਂ ਵੀ ਤੇਰੀ ਅੰਸ਼ ਹਾਂ, ਅਸੀਂ ਵੀ ਕਮਾਲ ਹੀ ਹੋਏ, ਅਸੀਂ ਵੀ ਵਾਹ ਵਾਹ ਹੋਏ। ਮਤਲਬ ਆਪਣੇ ਆਪ ਨੂੰ ਨਾ ਉਹਦੀ ਅੰਸ਼ ਸਮਝੀਏ ਤੇ ਮੈਨੂੰ ਚੇਤਾ ਭੁੱਲ ਜਾਂਦਾ ਹੈ ਤੇ ਮੈਂ ਇਹ ਜੋਦੜੀ ਕਰ ਰਿਹਾ, ਮੈਂ ਇਹ ਡਿਮਾਂਡ ਕਰ ਰਿਹਾ, ਮੈਂ ਇਹ ਇੱਛਾ ਰੱਖਦਾ ਵੀ ਮੈਨੂੰ ਭੁੱਲੇ ਨਾ, ਮੇਰੇ ਘਰ ਆਵੇਂ, ਮੇਰੇ ਆਹ ਘਰ ਜਿਹੜਾ ਦਿਮਾਗ ਇੱਥੇ ਮੇਰੇ ਚੇਤਾ ਰਵੇ। ਮੋਹਨ ਘਰ ਆਵੋ ਕਰੋ ਜੋਦਰੀਆ, ਮੈਂ ਜੋਦੜੀ ਕਰਦਾ ਹਾਂ, ਮੈਂ ਡਿਮਾਂਡ ਕਰਦਾ, ਮੈਂ ਇੱਛਾ ਰੱਖਦਾ ਕਿ ਸਦਾ ਮੈਨੂੰ ਚੇਤਾ ਰਵੇ, ਭੁੱਲਾਂ ਨਾ। ਭੁੱਲ ਜਾਂਦਾ ਫਿਰ ਫੀਲਿੰਗ ਜੀ ਨਿਕਲ ਜਾਂਦੀ ਹੈ, ਜੋ ਚੇਤਾ ਆ ਜਾਂਦਾ ਫਿਰ ਰਸ ਜਿਹਾ ਬਣ ਜਾਂਦਾ, ਆਨੰਦ ਆਨੰਦ ਬਣਿਆ ਰਹਿੰਦਾ। ਜਿੰਨਾ ਮਰਜ਼ੀ ਗੁੱਸਾ ਜਿਹਾ ਚੜਿਆ ਹੋਵੇ ਤੁਸੀਂ ਨਾ ਇਹਦੇ ਕੰਨੀ ਵੇਖ ਲਓ, ਫੀਲਿੰਗ ਬਣ ਜਾਂਦੀ ਹੈ, ਫਿਰ ਨਜ਼ਾਰਾ ਜਿਹਾ ਆਉਣ ਲੱਗ ਜਾਂਦਾ। ਤਾਂ ਕਰਕੇ ਆਓ, ਗੱਲ ਚੱਲਦੀ ਸੀ, ਫਿਰ ਸ਼ਬਦ ਸ਼ੁਰੂ ਤੋਂ ਪੜ੍ਹ ਲਓ। मोहन कर आवो करो जो दरिया, मान करो अब मन बोलो, भूल चूक तेरी प्रेचरिया। ਅਸੀਂ ਆ ਤੇਰੇ ਦਾਸ, ਤੇਰੀਆਂ ਦਾਸੀਆਂ ਕਹਿ ਲਈਏ। ਹੰਕਾਰ ਕਰਦੇ ਆ, ਐਵੇਂ ਹੀ ਬੋਲੀ ਜਾਂਦੇ ਆ, ਹੰਕਾਰ ਦੇ ਵਿੱਚ ਬੜੀਆਂ ਭੁੱਲਾਂ ਗਲਤੀਆਂ ਕਰਦੇ ਆ ਤੇ ਤੇਰੇ ਅੱਗੇ ਬੇਨਤੀ ਕਰਦੇ ਆ ਵੀ ਸਾਨੂੰ ਚੇਤਾ ਰਵੇ ਤੇਰਾ, ਮੇਰੇ ਘਰ ਵਸੇ, ਮੇਰੇ ਅੰਦਰ ਵਸੇ। ਤੇ ਜਦੋਂ ਅੰਦਰ ਵਸ ਗਿਆ ਫਿਰ निकट सुनो अर पेखो नाही, भरम भरम दुख भरिया। ਬੜੇ ਦੁਖੀ ਰਹਿੰਦੇ ਆ, ਸੁਣਿਆ ਨੇੜੇ ਹੀ ਹੈ, ਸੁਣਿਆ ਨੇੜੇ ਹੀ ਹੈ ਪਰ ਪੇਖੋ ਨਹੀਂ, ਦਿਸਦਾ ਹੈ ਨਹੀਂ। ਕਹਿੰਦੇ ਆ ਨੇੜੇ ਹੀ ਹੈ, ਦਿਸਦਾ ਹੈ ਨਹੀਂ। ਆਹੀ ਸੀ ਆਲੇ ਦੁਆਲੇ, ਜਿਹੜਾ ਵੇਖਣਾ ਕੀ ਸੀ, ਆ ਕੁਦਰਤ ਦੇ ਰੂਪ ਵਿੱਚ ਹੀ ਹੈ, ਹੋਰ ਕੀ ਵੇਖਣਾ। ਬਾ ਮਾੜਾ ਜਿਹਾ ਨਜ਼ਰੀਆ ਬਦਲ ਲੈ, ਇਹੀ ਵਧੀਆ ਲੱਗਣ ਲੱਗ ਜੂ। ਮੈਂ ਤੁਹਾਨੂੰ ਦੱਸਿਆ ਹੀ ਹੈ, ਭਾਵੇਂ ਕੁੱਤਾ ਰਾਖੀ ਰੱਖਣ ਲਈ ਰੱਖ ਲਓ, ਭਾਵੇਂ ਘਰ ਦਾ ਮੈਂਬਰ ਬਣਾ ਲਓ, ਨਜ਼ਰੀਆ ਬਦਲ ਗਿਆ। ਉਹ ਕੁੱਤਾ ਘਰ ਦਾ ਜੀ ਵੀ ਬਣ ਸਕਦਾ ਤੇ ਕੁੱਤਾ ਰਾਖੀ ਲਈ ਵੀ ਬਣਦਾ। ਕੁੱਤੇ ਨੂੰ ਅਸੀਂ ਕਤੀੜ ਹੀ ਕਹਿੰਦੇ ਆ, ਇਹ ਤੇ ਕਤੀੜ ਹੀ ਹੈ। ਤੇ ਕਈ ਕਹਿੰਦੇ ਨੇ ਕੁੱਤਾ ਨਹੀਂ ਕਹਿਣ ਦੇਣਾ, ਇਹ ਕੁੱਤਾ ਨਹੀਂ ਹੈ ਮੇਰਾ, ਇਹਦਾ ਨਾਂ ਲਓ। ਉਹ ਕੁੱਤਾ ਨਹੀਂ ਕਹਿਣ ਦਿੰਦੇ ਕਈ, ਇਹਦਾ ਸਾਡਾ ਜੀ ਹੈ, ਘਰ ਦਾ ਮੈਂਬਰ ਹੈ ਸਾਡਾ। ਕਈਆਂ ਨੂੰ ਇੰਨਾ ਪਿਆਰਾ ਲੱਗਦਾ। ਨਜ਼ਰੀਆ ਬਦਲ ਗਿਆ ਨਾ, ਸੋਚ ਬਦਲ ਗਈ। ਇਸੇ ਤਰ੍ਹਾਂ ਕਹਿੰਦੇ ਨਿਕਟ ਸੁਣੋ ਔਰ ਵੇਖੋ ਨਹੀਂ, ਭਰਮ ਭਰਮ ਦੁੱਖ ਭਰੀਆ। ਭੁਲੇਖਿਆਂ ਵਿੱਚ ਪੈ ਕੇ ਅਸੀਂ ਦੁਖੀ ਹੋਈ ਜਾਂਦੇ ਰਹਿੰਦੇ ਆ, ਪਰੇਸ਼ਾਨ ਰਹਿੰਦੇ ਆ, ਭੁਲੇਖੇ ਕਾਰਨ ਦੁਖੀ ਦੁਖੀ ਰਹੀਦਾ, ਪਰੇਸ਼ਾਨ ਰਹੀਦਾ। ਤੇ ਹੈਗਾ ਨੇੜੇ ਹੀ ਹੈ, ਪਰ ਕੋਈ ਸਮਝਾ ਦਵੇ, ਕੋਈ ਸਾਡੇ ਦਿਮਾਗ ਵਿੱਚ ਵਾੜੇ। ਭੁਲੇਖੇ 'ਚ ਜੀਣ ਕਰਕੇ ਅਸੀਂ ਦੁਖੀ ਦੁਖੀ ਰਹਿੰਦੇ ਆ। ਤੇ ਜੇ ਭੁਲੇਖਾ ਨਿਕਲ ਜਾਏ ਫਿਰ ਹਰ ਵੇਲੇ ਹਰ ਥਾਂ ਤੇ ਕਹਿੰਦੇ ਤੈਨੂੰ ਲੱਭਣਾ ਹੈ, ਤੂੰ ਕਿਤੇ ਰਹਿੰਦਾ ਹੈ। ਜਦੋਂ ਕਹਿੰਦੇ ਅਕਲ ਆ ਗਈ, ਗੁਰੈ ਦਿਖਾਇਓ ਲੋਏ ਨਾ, ਇਤਹਿ ਉਤਹਿ ਘਟ 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 ਘਟ, ਤੂੰ ਹੀ ਮੋਹ ਨਾ। ਕਹਿੰਦੇ ਲੈ ਮੋਹਨ ਮੇਰੇ ਘਰ ਆ, ਤੇ ਮਹਾਰਾਜ ਨੇ ਸਮਝਾ ਦੇਣਾ, ਕਹਿੰਦੇ ਆ ਮੋਹਨ ਹੀ ਹੈ ਸਾਰਾ ਕੁਝ, ਘਰ ਤੇਰੇ ਕੀ ਆਵੇ, ਸਾਰਾ ਕੁਝ ਤੇ ਉਹਦਾ ਹੀ ਰੂਪ ਹੈ।